ਅੱਜ ਦੀ ਕਹਾਣੀ ਨੂੰ ਭੱਜ ਗਈ। ਬੱਚੇ ਸ਼ਹਿਰੋਂ ਬਾਹਰ ਗਏ ਹੋਏ ਸਨ, ਇਸ ਲਈ ਸ਼ਾਮ ਨੂੰ ਅਸੀਂ ਦੋਵੇਂ ਪਤੀ ਪਤਨੀ ਘਰ ਇਕੱਲੇ ਹੀ ਸੀ। ਪ੍ਰਭ ਪੁੱਛ ਰਹੀ ਸੀ ਕਿ ਕੀ ਬਣਾਉਣਾ ਹੈ ਅਤੇ ਮੈਂ ਟੀਵੀ ਦੇਖ ਰਿਹਾ ਸੀ। ਹਰਪ੍ਰੀਤ ਖਬਰ ਤੇ ਅੱਖਾਂ ਟਿਕਾਈ ਚੁੱਪਚਾਪ ਬੈਠੇ ਸੀ। ਵਾਰ-ਵਾਰ ਪੁੱਛਣ ਤੇ ਜਦੋਂ ਉਸਨੂੰ ਕੋਈ ਜਵਾਬ ਨਾ ਮਿਲਿਆ ਤਾਂ ਉਹ ਨਾਰਾਜ਼ ਹੋ ਕੇ ਕਮਰੇ 'ਚ ਜਾ ਕੇ ਬੈਠ ਗਈ। ਟੀਵੀ ਤੇ ਮੈਚ ਜਿਵੇਂ ਖਤਮ ਹੋਇਆ ਮੈਂ ਮੁਸਕਰਾ ਕੇ ਕਿਹਾ, ਅੱਜ ਮੈਂ ਸਬਜ਼ੀ ਬਣਾਉਂਦਾ ਹਾਂ, ਕੀ ਤੂੰ ਫਟਾਫਟ ਸਬਜ਼ੀ ਖਾਧੀ ਕਦੀ? ਪ੍ਰਭ ਦਾ ਥੋੜਾ ਹਾਸਾ ਨਿਕਲਿਆ ਪਰ ਉਸਨੇ ਬੁੱਲ ਘੁੱਟ ਲਏ। ਆਹਾ, ਥੋੜਾ ਜਿਹਾ ਨਾਲ ਮਸਾਲਾ ਪਾਪੜ ਮਿਲ ਜਾਵੇ। ਮੈਨੂੰ ਪਤਾ ਸੀ ਕਿ ਜੇ ਮੈਂ ਹੁਣ ਨਾ ਉੱਠਿਆ ਤਾਂ ਅੱਜ ਘਰ ਵਿੱਚ ਵੱਡਾ ਦੰਗਾ ਹੋ ਜਾਵੇਗਾ। ਪ੍ਰਭ ਦੇ ਗੁੱਸੇ ਤੋਂ ਡਰਦਾ ਮੈਂ ਉੱਠਿਆ ਤੇ ਰਸੋਈ ਵਿੱਚ ਜਾ ਕੇ ਮਸਾਲਾ ਪਾਪੜ ਤਿਆਰ ਕਰ ਦਿੱਤੇ। ਫਿਰ ਸਬਜ਼ੀ ਲਈ ਪਿਆਜ਼ ਕੱਟਿਆ, ਲਸਣ ਛਿਲਕੇ ਅਤੇ ਕੜਾਈ ਵਿੱਚ ਤੇਲ ਪਾ ਪਨੀਰ ਭੋਰ ਕੇ ਪਕਾਉਣ ਲੱਗਾ। ਸਬਜ਼ੀ 5 ਮਿੰਟਾਂ ਵਿੱਚ ਤਿਆਰ ਹੋ ਗਈ। ਪ੍ਰਭ ਨੇ ਪਹਿਲਾਂ ਹੀ ਰੋਟੀਆਂ ਸੇਕ ਲਈਆਂ ਸਨ, ਇਸ ਲਈ ਮੈਂ 2 ਪਲੇਟਾਂ ਵਿੱਚ ਖਾਣਾ ਪਾ ਕੇ ਸਿੱਧਾ ਬੈੱਡਰੂਮ 'ਚ ਲੈ ਗਿਆ। ਪ੍ਰਭ ਨੇ ਝਿੜਕਦੇ ਹੋਏ ਕਿਹਾ, ਮੈਂ ਅਜੇ ਇੰਨੀ ਬੁੱਢੀ ਵੀ ਨਹੀਂ ਹੋਈ, ਮੈਂ ਕਿਹੜਾ 60 ਸਾਲ ਦੀ ਹਾਂ, ਖਾਣਾ ਪਾ ਕੇ ਲੈ ਸਕਦੀ ਹਾਂ। ਪ੍ਰਭ ਨੇ ਗੁੱਸਾ ਦਿਖਾਇਆ, ਮੇਰੀ ਇਹ ਜਾਨੇ ਮੈਂ ਖਾਸ ਤੇਰੇ ਲਈ ਖਾਣਾ ਲਿਆਇਆ, ਕਦੇ ਕਦੇ ਸੇਵਾ ਵੀ ਕਰਾ ਲਿਆ ਕਰ। ਖੈਰ, ਪ੍ਰਭ ਦਾ ਗੁੱਸਾ ਸ਼ਾਂਤ ਹੋਇਆ ਤੇ ਮੈਂ ਉਸਨੂੰ ਮਨਾ ਲਿਆ ਅਤੇ ਅਸੀਂ ਖਾਣਾ ਖਾ ਰਹੇ ਸੀ ਕਿ ਅਚਾਨਕ ਬਾਹਰੋਂ ਉੱਚੀ ਆਵਾਜ਼ ਆਉਣ ਲੱਗੀ। ਆਵਾਜ਼ ਜਾਣੀ ਪਛਾਣੀ ਸੀ। ਪ੍ਰੋਫੈਸਰ ਸਾਹਿਬ ਦੀ ਆਵਾਜ਼ ਆ ਰਹੀ ਸੀ। ਸਾਡੇ ਘਰ ਤੋਂ ਇੱਕ ਘਰ ਛੱਡ ਕੇ ਉਹਨਾਂ ਦਾ ਘਰ ਹੈ। ਮੈਂ ਕਿਹਾ, ਇਹ ਪ੍ਰੋਫੈਸਰ ਸਾਹਿਬ ਕਿਸ ਨੂੰ ਮਾਰਨ ਦੀ ਗੱਲ ਕਰ ਰਹੇ ਹਨ? ਅਸੀਂ ਜਲਦੀ ਖਾਣਾ ਛੱਡ ਕੇ ਬਾਹਰ ਆ ਗਏ। ਬਾਹਰ ਦਾ ਨਜ਼ਾਰਾ ਬੜਾ ਅਜੀਬ ਸੀ। ਗਲੀ ਤੇ ਲੋਕ ਸਾਰੇ ਚੁੱਪ ਸਨ। ਪ੍ਰੋਫੈਸਰ ਸਾਹਿਬ ਬਹੁਤ ਗੰਦੀਆਂ ਗਾਲਾਂ ਕੱਢ ਰਹੇ ਸਨ ਤੇ ਰੌਲਾ ਪਾ ਰਹੇ ਸਨ। ਉਹ ਆਪਣੀ ਘਰਵਾਲੀ ਨੂੰ ਕਹਿ ਰਹੇ ਸਨ ਕਿ ਮੈਂ ਅੱਜ ਇਸ ਨੂੰ ਮਾਰ ਹੀ ਦੇਣਾ। ਇਸ ਨੂੰ ਪਹਿਲਾਂ ਕਿ ਕੋਈ ਗੱਲ ਸਮਝ ਆਉਂਦੀ, ਪ੍ਰੋਫੈਸਰ, ਉਹਨਾਂ ਦੇ ਦੋਨੋਂ ਪੁੱਤਰ, ਉਹਨਾਂ ਦੀ ਘਰਵਾਲੀ, ਚਾਰੋਂ ਉਸ ਕੁੜੀ ਨੂੰ ਅੰਦਰ ਲੈ ਗਏ। ਉੱਥੇ ਮੌਜੂਦ ਲੋਕ ਹੌਲੀ-ਹੌਲੀ ਗੱਲਾਂ ਕਰ ਰਹੇ ਸਨ। ਇਹ ਕਿਹੋ ਜਿਹੇ ਲੋਕ ਨੇ ਜਿਹੜੇ ਕੁੜੀ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਹਨ? ਕੀ ਕੋਈ ਇਸ ਤਰ੍ਹਾਂ ਕਰਦਾ ਹੈ? ਵੈਸੇ ਆਮ ਤੌਰ ਤੇ ਪ੍ਰੋਫੈਸਰ ਸਾਹਿਬ ਨੂੰ ਉੱਚੀ ਆਵਾਜ਼ ਵਿੱਚ ਕਦੇ ਬੋਲਦੇ ਨਹੀਂ ਸੁਣਿਆ। ਇੱਥੋਂ ਤੱਕ ਕਿ ਗਲੀ ਮੁਹੱਲੇ ਵਿੱਚ ਵੀ ਉਹ ਕਦੇ ਕਿਸੇ ਨਾਲ ਨਹੀਂ ਬੈਠਦੇ, ਸਿਵਾਏ ਜਦੋਂ ਉਸਨੂੰ ਕੋਈ ਕੰਮ ਹੁੰਦਾ ਤਾਂ ਬਾਹਰ ਆ ਕੇ ਗੱਲਾਂ ਕਰਦੇ। ਖੈਰ, ਪ੍ਰੋਫੈਸਰ ਸਾਹਿਬ ਦਾ ਅੱਜ ਦਾ ਵਿਹਾਰ ਸਮਝ ਨਹੀਂ ਆਇਆ। ਗਲੀ ਦੇ ਲੋਕਾਂ ਨੂੰ ਕਿਸੇ ਦੀ ਪਰਵਾਹ ਨਹੀਂ ਸੀ, ਇਸ ਲਈ ਇੱਕ-ਇੱਕ ਕਰਕੇ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਮੈਂ ਅਤੇ ਪ੍ਰਭ ਵੀ ਬੇਝਿਜਕ ਅੰਦਰ ਆ ਗਏ ਅਤੇ ਗੱਲਾਂ ਕਰਨ ਲੱਗੇ। ਕਾਰਨ ਸਮਝ ਨਹੀਂ ਆ ਰਿਹਾ ਸੀ, ਇਸ ਲਈ ਜਲਦਬਾਜ਼ੀ ਵਿੱਚ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੇ ਸੀ। ਪ੍ਰਭ ਨੇ ਮੈਨੂੰ ਪੁਲਿਸ ਨੂੰ ਬੁਲਾਉਣ ਲਈ ਕਿਹਾ ਸੀ ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਇਸ ਮਾਮਲੇ ਨੂੰ ਸਮਝਣਾ ਚਾਹੁੰਦਾ ਸੀ ਕਿ ਸਿਰਫ 1 ਸਾਲ ਵਿੱਚ ਕੀ ਹੋ ਗਿਆ ਸੀ। ਇਸ ਤਰ੍ਹਾਂ ਗੱਲਾਂ ਕਰਦਿਆਂ ਅਸੀਂ ਦੋਵੇਂ ਸੌਂ ਗਏ। ਅਚਾਨਕ ਰਾਤ ਨੂੰ ਮੈਂ ਮਹਿਸੂਸ ਕੀਤਾ ਕਿ ਕੋਈ ਦਰਵਾਜ਼ਾ ਖੜਕਾ ਰਿਹਾ ਹੈ, ਪਰ ਦਰਵਾਜ਼ੇ ਤੋਂ ਦਸਤਕ ਬਹੁਤ ਹੌਲੀ-ਹੌਲੀ ਦਿੱਤੀ ਜਾ ਰਹੀ ਸੀ। ਮੈਂ ਜਾਲੀ ਵਾਲੇ ਦਰਵਾਜ਼ੇ ਵਿੱਚੋਂ ਬਾਹਰ ਝਾਕਿਆ ਤਾਂ ਬਾਹਰ ਕੋਈ ਕੁੜੀ ਮੂੰਹ ਢੱਕ ਕੇ ਖੜੀ ਸੀ। ਉਹ ਹੌਲੀ ਜਿਹੀ ਬੋਲੀ, ਅੰਕਲ ਜੀ, ਜਲਦੀ ਦਰਵਾਜ਼ਾ ਖੋਲੋ, ਉਹ ਲੋਕ ਮੈਨੂੰ ਮਾਰ ਦੇਣਗੇ। ਮੇਰੇ ਉੱਠਣ ਦੀ ਆਵਾਜ਼ ਸੁਣ ਕੇ ਪ੍ਰਭ ਵੀ ਪਿੱਛੇ-ਪਿੱਛੇ ਤੁਰ ਪਈ। ਮੈਂ ਉਸ ਕੁੜੀ ਨੂੰ ਪਛਾਣ ਨਹੀਂ ਸਕਿਆ ਪਰ ਪ੍ਰਭ ਨੇ ਝੱਟ ਪਛਾਣ ਲਿਆ। ਉਸਨੇ ਮੈਨੂੰ ਕਿਹਾ, ਦਰਵਾਜ਼ਾ ਖੋਲੋ, ਉਹ ਪ੍ਰੋਫੈਸਰ ਸਾਹਿਬ ਦੀ ਨੂੰਹ ਹੈ। ਮੈਂ ਦਰਵਾਜ਼ਾ ਖੋਲ੍ਹਿਆ। ਉਹ ਹੌਲੀ-ਹੌਲੀ ਅੰਦਰ ਆ ਗਈ ਅਤੇ ਪ੍ਰਭ ਨੂੰ ਜੱਫੀ ਪਾ ਕੇ ਰੋਣ ਲੱਗੀ। ਸਥਿਤੀ ਦੀ ਨਾਜ਼ੁਕਤਾ ਨੂੰ ਭਾਂਪਦਿਆਂ ਮੈਂ ਉਸਨੂੰ ਅੰਦਰਲੇ ਕਮਰੇ ਵਿੱਚ ਆਉਣ ਲਈ ਕਿਹਾ। ਉਹ ਪ੍ਰਭ ਨੂੰ ਆਪਣੀ ਕਹਾਣੀ ਸੁਣਾਉਣ ਲੱਗੀ। ਮੈਂ ਵੀ ਬਾਹਰ ਬੈਠਾ ਸੁਣਦਾ ਸੀ। ਉਹ ਕਹਿ ਰਹੀ ਸੀ, ਆਂਟੀ ਜੀ, ਮੈਂ ਤੁਹਾਨੂੰ ਕਿਵੇਂ ਦੱਸਾਂ? ਤੁਸੀਂ ਮੇਰੇ ਕੱਪੜੇ ਦੇਖ ਰਹੇ ਹੋ? ਇਹ ਕਮੀਜ਼ ਫਟਿਆ ਹੋਇਆ ਹੈ। ਦੇਖੋ ਮੇਰੀ ਸਲਵਾਰ ਕਿਵੇਂ ਫਟੀ ਹੈ। ਉਹ ਰੋ ਰਹੀ ਸੀ ਅਤੇ ਹੌਲੀ-ਹੌਲੀ ਗੱਲਾਂ ਕਰ ਰਹੀ ਸੀ। ਅੱਜ ਮੈਨੂੰ ਆਪਣੇ ਆਪ ਤੋਂ ਘਿਰਣਾ ਮਹਿਸੂਸ ਹੋ ਰਹੀ ਹੈ। ਮੈਂ ਇਸ ਘਰ ਕਿਵੇਂ ਆ ਗਈ? ਸਹੁਰਾ ਤੇ ਪਿਓ ਵਰਗਾ ਹੁੰਦਾ ਹੈ। ਫਿਰ ਰੋਣ ਲੱਗ ਪਈ। ਪ੍ਰਭ ਨੇ ਉਸਨੂੰ ਸ਼ਾਂਤ ਕੀਤਾ ਤਾਂ ਉਹ ਫਿਰ ਦੱਸਣ ਲੱਗ ਗਈ, ਆਂਟੀ, ਤੁਸੀਂ ਬਿਲਕੁਲ ਵੀ ਵਿਸ਼ਵਾਸ ਨਹੀਂ ਕਰੋਗੇ, ਮੈਂ ਜਾਣਦੀ ਹਾਂ ਕੋਈ ਨਹੀਂ ਕਰੇਗਾ, ਪਰ ਇਹ ਸੱਚ ਹੈ। ਜਦੋਂ ਮੈਂ ਵਿਆਹ ਤੋਂ ਬਾਅਦ ਇੱਥੇ ਆਈ ਤਾਂ ਪਹਿਲੇ 10 ਦਿਨ ਮੇਰਾ ਪਤੀ ਮੈਨੂੰ ਕਹਿੰਦਾ ਰਿਹਾ ਕਿ ਅਸੀਂ ਉਦੋਂ ਤੱਕ ਇਕੱਠੇ ਨਹੀਂ ਸੌਵਾਂਗੇ ਜਦੋਂ ਤੱਕ ਆਪਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਨਹੀਂ ਜਾਣ ਜਾਂਦੇ। ਮੈਂ ਇਹ ਵੀ ਸੋਚਿਆ ਕਿ ਮੇਰਾ ਪਤੀ ਕਿੰਨਾ ਚੰਗਾ ਹੈ। ਉਹ ਸਿਰਫ ਸਰੀਰ ਦੇ ਭੁੱਖੇ ਨਹੀਂ ਹਨ, ਉਹ ਸੱਚਮੁੱਚ ਬਹੁਤ ਚੰਗੇ ਇਨਸਾਨ ਹਨ। ਪਰ ਹੌਲੀ-ਹੌਲੀ ਉਹ ਮੈਨੂੰ ਟਾਲਣ ਲੱਗ ਪਿਆ। ਜਦੋਂ ਮੈਂ ਉਸ ਦੇ ਨੇੜੇ ਜਾਂਦੀ ਸੀ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਕਮਰੇ ਤੋਂ ਬਾਹਰ ਚਲੇ ਜਾਂਦੇ ਸੀ। ਉਹਨਾਂ ਦੇ ਇੰਨੇ ਚੰਗੇ ਵਿਹਾਰ ਕਾਰਨ ਮੈਨੂੰ ਦੁੱਖ ਵੀ ਹੁੰਦਾ ਸੀ ਕਿ ਕਿਉਂ ਸਾਡਾ ਰਿਸ਼ਤਾ ਅੱਗੇ ਵਧ ਹੀ ਨਹੀਂ ਰਿਹਾ ਸੀ। ਮੈਂ ਥੋੜ੍ਹਾ ਜਿਹਾ ਉਹਨਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ, ਪਰ ਉਹ ਮੈਨੂੰ ਸਿਰਫ ਟਾਲਦੇ ਰਹੇ। ਇੱਕ ਦਿਨ ਮੈਂ ਆਪਣਾ ਕਮਰਾ ਠੀਕ ਕਰ ਰਹੀ ਸੀ ਕਿ ਮੈਨੂੰ ਗੁਰਪਾਲ ਦੀ ਬਲੱਡ ਟੈਸਟ ਤੇ ਕਈ ਤਰ੍ਹਾਂ ਦੇ ਸਕੈਨ ਦੀ ਰਿਪੋਰਟ ਮਿਲੀ, ਜਿਸ ਵਿੱਚ ਡਾਕਟਰ ਨੇ ਲਿਖਿਆ ਸੀ ਕਮਜ਼ੋਰ ਅੰਡਕੋਸ਼। ਮੈਂ ਤੁਰੰਤ ਇੰਟਰਨੈਟ ਤੇ ਇਸ ਦਾ ਮਤਲਬ ਦੇਖਿਆ ਅਤੇ ਸਮਝਿਆ ਕਿ ਉਹਨਾਂ ਨੂੰ ਸ਼ੁਕਰਾਣੂ ਹੀ ਨਹੀਂ ਬਣਦੇ, ਇਸ ਕਰਕੇ ਉਹ ਨਾਮਰਦ ਹਨ। ਸਾਨੂੰ ਝੂਠ ਬੋਲ ਕੇ ਮੇਰੇ ਨਾਲ ਵਿਆਹ ਕਰਵਾ ਲਿਆ, ਕਿਉਂਕਿ ਇਹ ਰਿਪੋਰਟ ਕਈ ਸਾਲ ਪੁਰਾਣੀ ਹੈ। ਮੈਂ ਬਾਹਰ ਬੈਠਾ ਸਾਰੀ ਗੱਲ ਸੁਣ ਰਿਹਾ ਸੀ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ।
ਪ੍ਰਭ ਨੇ ਅਮਨ ਦੀ ਗੱਲ ਸੁਣ ਕੇ ਉਸਨੂੰ ਕਿਹਾ, ਦੇਖ ਅਮਨ, ਅੱਜ ਕੱਲ੍ਹ ਸਾਰੇ ਰੋਗ ਠੀਕ ਹੋ ਸਕਦੇ ਹਨ। ਡਾਕਟਰ ਨਾਲ ਗੱਲ ਕਰੋ, ਸਭ ਕੁਝ ਠੀਕ ਹੋ ਜਾਵੇਗਾ। ਹਰ ਚੀਜ਼ ਦਾ ਇਲਾਜ ਹੈ। ਨਹੀਂ ਆਂਟੀ, ਹੁਣ ਕੋਈ ਇਲਾਜ ਨਹੀਂ ਹੈ। ਮੈਂ ਉਸਨੂੰ ਇਹ ਵੀ ਕਿਹਾ ਕਿ ਇਹ ਰਿਪੋਰਟਾਂ ਤੂੰ ਪਹਿਲਾਂ ਕਿਉਂ ਨਹੀਂ ਦਿਖਾਈਆਂ। ਪਹਿਲਾਂ ਤਾਂ ਗੁਰਪਾਲ ਝਿਝ ਗਿਆ, ਫਿਰ ਜਦੋਂ ਮੈਂ ਹੋਰ ਦਬਾਅ ਪਾਇਆ ਤਾਂ ਉਸਨੇ ਖੁਦ ਕਿਹਾ ਕਿ ਉਹ ਕਦੀ ਬਾਪ ਨਹੀਂ ਬਣ ਸਕਦਾ। ਡਾਕਟਰ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਵਿਆਹ ਲਈ ਵੀ ਇਨਕਾਰ ਕਰ ਦਿੱਤਾ ਸੀ, ਪਰ ਘਰਦਿਆਂ ਦੀ ਜਿੱਦ ਸੀ, ਇਸ ਲਈ ਉਹਨਾਂ ਨੇ ਤੁਹਾਡੇ ਨਾਲ ਵਿਆਹ ਕਰਵਾ ਦਿੱਤਾ। ਆਂਟੀ, ਮੈਂ ਉਸ ਰਾਤ ਬਹੁਤ ਰੋਈ। ਫਿਰ ਇਸ ਨੂੰ ਆਪਣੀ ਕਿਸਮਤ ਸਮਝ ਕੇ ਮੈਂ ਚੁੱਪ ਬੈਠੀ ਰਹੀ। ਪਰ ਪਿਛਲੇ 2 ਦਿਨਾਂ ਤੋਂ ਇਹ ਕਹਿ ਕੇ ਉਹ ਫੇਰ ਰੋਣ ਲੱਗ ਪਈ। ਦੂਜੇ ਪਾਸੇ ਮੁੜ ਪ੍ਰੋਫੈਸਰ ਸਾਹਿਬ ਦੀਆਂ ਆਵਾਜ਼ਾਂ ਉੱਚੀ ਉੱਚੀ ਆ ਰਹੀਆਂ ਸਨ। ਅਸੀਂ ਘਰ ਦੀਆਂ ਲਾਈਟਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਸਨ, ਇਸ ਲਈ ਮੈਂ ਜਾਲੀ ਵਾਲੇ ਦਰਵਾਜ਼ੇ ਦੇ ਨੇੜੇ ਤੋਂ ਸੁਣਿਆ। ਉਹ ਆਪਣੇ ਲੜਕੇ ਨੂੰ ਕਹਿ ਰਹੇ ਸੀ, ਕਿੱਥੇ ਚਲੀ ਗਈ ਹੈ ਬੇਸ਼ਰਮ ਜਨਾਨੀ, ਕੋਈ ਇਨ੍ਹਾਂ ਘਰਾਂ ਵਿੱਚ ਵੜ ਗਈ ਹੈ। ਜਾਓ ਮੁੰਡਿਓ, ਜਾ ਕੇ ਲੱਭੋ ਰੰਡੀ ਨੂੰ। ਉਹਨਾਂ ਦੀ ਆਵਾਜ਼ ਸ਼ਾਇਦ ਪ੍ਰਭ ਅਤੇ ਅਮਨ ਤੱਕ ਵੀ ਪਹੁੰਚ ਗਈ ਸੀ, ਇਸ ਲਈ ਉਹ ਦੋਵੇਂ ਚੁੱਪ ਹੋ ਗਈਆਂ। ਮੈਂ ਵੀ ਕੁਝ ਨਾ ਕਹਿਣਾ ਉਚਿਤ ਸਮਝਿਆ। ਥੋੜ੍ਹੀ ਦੇਰ ਬਾਅਦ ਬਾਹਰੋਂ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ। ਅਮਨ ਨੇ ਪ੍ਰਭ ਨੂੰ ਫਿਰ ਦੱਸਿਆ, ਪਿਛਲੇ 2 ਦਿਨਾਂ ਤੋਂ ਮੇਰਾ ਸਹੁਰਾ ਰੋਜ਼ ਮੇਰੇ ਕਮਰੇ ਵਿੱਚ ਆ ਕੇ ਅਸ਼ਲੀਲ ਗੱਲਾਂ ਕਰਨ ਲੱਗ ਪਿਆ ਸੀ। ਅੱਜ ਮੈਂ ਗੁਰਪਾਲ ਨੂੰ ਕਿਹਾ ਕਿ ਮੈਨੂੰ ਤੁਹਾਡੇ ਡੈਡੀ ਦਾ ਇਸ ਤਰ੍ਹਾਂ ਮੇਰੇ ਕਮਰੇ ਵਿੱਚ ਆਉਣਾ ਪਸੰਦ ਨਹੀਂ ਹੈ। ਉਹ ਮੇਰੇ ਨਾਲ ਬਹੁਤ ਗੰਦੀਆਂ ਗੱਲਾਂ ਕਰਦੇ ਹਨ। ਇੰਨੇ ਨੂੰ ਗੁਰਪਾਲ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਪਈ ਮੂੰਹ ਖੋਲ੍ਹਣ ਦੀ। ਮੈਨੂੰ ਇਸ ਘਰ ਵਿੱਚ ਬੱਚਾ ਚਾਹੀਦਾ ਹੈ ਅਤੇ ਜੇ ਮੈਂ ਨਹੀਂ ਤਾਂ ਡੈਡੀ ਦੀ ਮਦਦ ਲੱਗੂ। ਜੇ ਬੱਚਾ ਨਾ ਹੋਇਆ ਤਾਂ ਲੋਕ ਕੀ ਸੋਚਣਗੇ। ਇਸ ਲਈ ਉਹ ਜੋ ਵੀ ਕਹਿ ਰਹੇ ਹਨ ਚੁੱਪਚਾਪ ਮੰਨ ਅਤੇ ਉਹਨਾਂ ਦੇ ਨਾਲ ਇੱਕ ਬੱਚਾ ਕਰਕੇ ਮੈਨੂੰ ਦੇ। ਸਭ ਕੁਝ ਠੀਕ ਹੋ ਜਾਵੇਗਾ। ਇੰਜ ਲੱਗ ਰਿਹਾ ਸੀ ਜਿਵੇਂ ਮੇਰੇ ਉੱਤੇ ਬਿਜਲੀ ਡਿੱਗ ਗਈ ਹੋਵੇ। ਮੈਂ ਤੁਰੰਤ ਆਪਣੇ ਭਰਾ ਨੂੰ ਫੋਨ ਕਰਨ ਅਤੇ ਸਭ ਕੁਝ ਦੱਸਣ ਦਾ ਫੈਸਲਾ ਕੀਤਾ। ਜਿਵੇਂ ਮੈਂ ਫੋਨ ਚੁੱਕਿਆ ਤਾਂ ਗੁਰਪਾਲ ਨੇ ਮੇਰਾ ਫੋਨ ਖੋਹ ਲਿਆ ਅਤੇ ਤੋੜ ਕੇ ਕਮਰੇ ਵਿੱਚ ਮੈਨੂੰ ਬੰਦ ਕਰ ਦਿੱਤਾ। ਮੈਂ ਵੀ ਦਰਵਾਜ਼ਾ ਖੜਕਾਇਆ ਪਰ ਕੋਈ ਫਾਇਦਾ ਨਹੀਂ ਹੋਇਆ। ਮੈਂ ਰੋਂਦੀ ਰਹੀ ਕਿੰਨੇ ਘੰਟੇ, ਪਰ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ। ਕੱਲ੍ਹ ਰਾਤ ਫਿਰ ਗੁਰਪਾਲ ਦੀ ਮਾਂ ਕਮਰੇ ਵਿੱਚ ਆਈ ਅਤੇ ਕਿਹਾ, ਚੁੱਪਚਾਪ ਤਿਆਰ ਹੋ ਜਾ, ਅੱਜ ਗੁਰਪਾਲ ਦੇ ਡੈਡੀ ਆਉਣਗੇ ਕਮਰੇ 'ਚ, ਸਿਰਫ ਤੂੰ ਹੀ ਉਹਨਾਂ ਨਾਲ ਸੌਵੇਂਗੀ। ਮੈਨੂੰ ਹਰ ਹਾਲਤ ਵਿੱਚ ਬੱਚਾ ਚਾਹੀਦਾ। ਮੈਂ ਸਾਫ਼ ਇਨਕਾਰ ਕਰ ਦਿੱਤਾ ਕਿ ਅਜਿਹਾ ਨਹੀਂ ਹੋ ਸਕਦਾ। ਇਸ ਲਈ ਉਸਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਆਪ ਨੂੰ ਬਚਾਉਣ ਲਈ ਘਰ ਤੋਂ ਬਾਹਰ ਭੱਜੀ, ਪਰ ਫੜੀ ਗਈ ਅਤੇ ਉਹ ਮੈਨੂੰ ਵਾਪਸ ਕਮਰੇ 'ਚ ਲੈ ਗਏ ਅਤੇ ਫਿਰ ਉਹ ਫੇਰ ਰੋਣ ਲੱਗ ਪਈ। ਅਮਨ ਨੇ ਉਸਨੂੰ ਜੱਫੀ ਪਾ ਕੇ ਸ਼ਾਂਤ ਕੀਤਾ। ਉਸਨੇ ਕਿਹਾ ਕਿ ਸਹੁਰਾ ਮੇਰੇ ਕਮਰੇ 'ਚ ਆਇਆ ਸੀ, ਜ਼ਬਰਦਸਤੀ ਕਰਨ ਲੱਗਾ, ਮੇਰੇ ਕੱਪੜੇ ਵੀ ਪਾੜ ਦਿੱਤੇ। ਮੇਰੇ ਕੋਲ ਇੱਕ ਗੁਲਦਸਤਾ ਪਿਆ ਸੀ, ਮੈਂ ਚੁੱਕ ਕੇ ਉਹਦੇ ਸਿਰ 'ਤੇ ਮਾਰਿਆ ਅਤੇ ਫਰਾਰ ਹੋ ਕੇ ਤੁਹਾਡੀ ਛੱਤ 'ਤੇ ਲੁਕ ਗਈ। ਮੌਕਾ ਮਿਲਦਿਆਂ ਹੀ ਤੁਹਾਡਾ ਦਰਵਾਜ਼ਾ ਖੜਕਾਇਆ। ਮੈਂ ਕਿਸੇ ਤਰ੍ਹਾਂ ਆਪਣੀ ਇੱਜ਼ਤ ਬਚਾ ਕੇ ਭੱਜੀ ਹਾਂ। ਇਹ ਸਭ ਕੁਝ ਸੁਣ ਕੇ ਮੈਂ ਬਾਹਰ ਬੈਠਾ ਸੋਚ ਰਿਹਾ ਸੀ, ਬੰਦਾ ਇੰਨਾ ਨੀਵਾਂ ਕਿਵੇਂ ਹੋ ਸਕਦਾ ਹੈ। ਮੈਂ ਆਪਣਾ ਮੋਬਾਈਲ ਚੁੱਕਿਆ ਅਤੇ ਸਿੱਧਾ ਅੰਦਰ ਦੋਹਾਂ ਦੇ ਬੈੱਡਰੂਮ ਵਿੱਚ ਚਲਾ ਗਿਆ। ਕਿਹਾ, ਦੇਖ ਅਮਨ, ਜੇ ਕਹੇ ਤਾਂ ਪੁਲਿਸ ਕੋਲ ਜਾ, ਨਹੀਂ ਤਾਂ ਆਪਣੇ ਬਾਪੂ ਨੂੰ ਫੋਨ ਕਰ। ਉਸਨੇ ਆਪਣੇ ਪਿਤਾ ਨੂੰ ਬੁਲਾ ਕੇ ਸਾਰੀ ਗੱਲ ਦੱਸੀ। ਇਸ ਲਈ ਉਸ ਕੁੜੀ ਨੇ ਫੈਸਲਾ ਲੈਂਦਿਆਂ ਕਿਹਾ, ਅੰਕਲ ਜੀ, ਇੱਕ ਕੰਮ ਹੋਰ ਕਰੋ, ਮੈਨੂੰ ਕਿਸੇ ਤਰ੍ਹਾਂ ਬੱਸ ਸਟੈਂਡ 'ਤੇ ਛੱਡ ਦਿਓ, ਨਹੀਂ ਤਾਂ ਮੈਂ ਆਪਣੇ ਪਿੰਡ ਚਲੀ ਜਾਵਾਂਗੀ। ਮੈਂ ਉਸਨੂੰ ਸਮਝਾਇਆ, ਦੇਖ ਪੁੱਤਰ, ਹੁਣ ਇਹ ਲੋਕ ਤੈਨੂੰ ਕੁੱਤਿਆਂ ਵਾਂਗ ਲੱਭ ਰਹੇ ਹਨ। ਮੈਂ ਵੀ ਇੰਨਾ ਮਜ਼ਬੂਤ ਨਹੀਂ ਹਾਂ ਕਿ ਉਹਨਾਂ ਨਾਲ ਲੜ ਸਕਾਂ। ਇਹ ਲੋਕ ਤੈਨੂੰ ਬੱਸ ਸਟੈਂਡ 'ਤੇ ਜ਼ਰੂਰ ਮਿਲਣਗੇ, ਇਸ ਲਈ ਹੁਣ ਤੇਰਾ ਬਾਹਰ ਜਾਣਾ ਠੀਕ ਨਹੀਂ ਹੈ। ਮੈਂ ਮੌਕਾ ਦੇਖਾਂਗਾ, ਫਿਰ ਤੈਨੂੰ ਛੱਡ ਕੇ ਆਵਾਂਗਾ। ਇਹ ਕਹਿ ਕੇ ਮੈਂ ਬਾਹਰ ਬੈਠਕ 'ਚ ਲੱਗੇ ਮੰਜੇ 'ਤੇ ਜਾ ਕੇ ਲੇਟ ਗਿਆ। ਉਹ ਚਾਰੋਂ ਪਿਓ ਪੁੱਤ ਅਜੇ ਵੀ ਬਾਹਰ ਉਸਨੂੰ ਲੱਭ ਰਹੇ ਸਨ। ਤੜਕੇ ਦੇ 3 ਵੱਜ ਚੁੱਕੇ ਸਨ। ਪ੍ਰੋਫੈਸਰ ਕਹਿ ਰਿਹਾ ਸੀ, ਚਲੋ ਚਾਹ ਪੀ ਲਈਏ, ਸਵੇਰੇ ਪਤਾ ਕਰ ਲਵਾਂਗੇ। ਖੇਤਾਂ ਵੱਲ ਕਿਤੇ ਲੁਕੀ ਹੋਣੀ ਹੈ, ਉਹ ਕਿੱਥੇ ਜਾਏਗੀ। ਮੈਂ ਸੁਖਦੇਵ ਦੀ ਡਿਊਟੀ ਬੱਸ ਸਟੈਂਡ 'ਤੇ ਲਗਾਈ ਹੈ, ਉਸਨੂੰ ਉੱਥੇ ਜਾ ਕੇ ਬੈਠਣ ਲਈ ਕਿਹਾ। ਬਿੱਲਾ ਕੁੱਤੇ ਲੈ ਕੇ ਪਿੰਡ ਦੇ ਖੇਤਾਂ ਵੱਲ ਗਿਆ। ਕੁੱਤਿਆਂ ਤੋਂ ਬਚ ਕੇ ਉਹ ਨਹੀਂ ਜਾ ਸਕਦੀ, ਉਹਦੀ ਬੋਟੀ ਨੋਚ ਦੇਣਗੇ। ਮੈਂ ਸਵੇਰੇ ਕੰਮ ਲਈ 6:30 ਵਜੇ ਨਿਕਲਿਆ। ਗੱਡੀ ਘਰ ਦੇ ਅੰਦਰ ਲਿਆ ਕੇ ਖੜੀ ਕੀਤੀ। ਪ੍ਰਭ ਮੇਰੇ ਨਾਲ ਅੱਗੇ ਬੈਠੀ ਤੇ ਆਮ ਦਿਨਾਂ ਵਾਂਗ ਅਸੀਂ ਘਰੋਂ ਚੱਲ ਪਏ। ਪਿੰਡ ਦੇ ਗੇਟ 'ਤੇ ਬਿੱਲਾ, ਉਹਦੇ ਕੁਝ ਸਾਥੀ ਤੇ ਕੁੱਤੇ ਖੜੇ ਸਨ। ਸਾਨੂੰ ਉਹਨਾਂ ਨੇ ਰੋਕ ਲਿਆ ਤੇ ਪੁੱਛਿਆ ਕਿ ਅਸੀਂ ਕਿੱਥੇ ਚੱਲੇ ਹਾਂ। ਉਸਦੀ ਇੱਕ ਨਜ਼ਰ ਸਾਡੇ 'ਤੇ ਇੱਕ ਨਜ਼ਰ ਗੱਡੀ ਦੇ ਅੰਦਰ ਸ਼ੱਕ ਦੀ ਨਿਗਾਹ ਨਾਲ ਦੇਖ ਰਹੀ ਸੀ। ਮੈਂ ਕਿਹਾ, ਕਿੱਥੇ ਜਾਣਾ ਅਸੀਂ ਬਿੱਲੇ, ਨੌਕਰੀ ਵਾਲੇ ਬੰਦੇ ਆ, ਘਰ ਤੋਂ ਨੌਕਰੀ ਤੇ ਨੌਕਰੀ ਤੋਂ ਘਰ। ਪਿੱਛੇ ਬੈਗ ਪਿਆ ਦੇਖ ਉਸਨੇ ਪੁੱਛਿਆ, ਨੌਕਰੀ ਤੇ ਕੱਪੜੇ ਵੀ ਲੈ ਕੇ ਜਾਂਦੇ ਹੋ, ਐਡਾ ਝੋਲਾ ਭਰਿਆ। ਪ੍ਰਭ ਨੇ ਗੱਲ ਕੱਟਦੇ ਕਿਹਾ, ਅੱਜ ਸ਼ੁੱਕਰਵਾਰ ਹੈ ਬਿੱਲੇ, ਮੇਰੀ ਭੈਣ ਵੱਲ ਚੱਲੇ ਆ, ਸੋਮਵਾਰ ਆ ਜਾਵਾਂਗੇ। ਬਿੱਲੇ ਨੇ ਮਨ 'ਚ ਕੁਝ ਸੋਚਿਆ, ਉਸਨੂੰ ਯਕੀਨ ਨਹੀਂ ਆ ਰਿਹਾ ਸੀ। ਮੈਂ ਫਿਰ ਉੱਤੋਂ ਦੀ ਗੱਲ ਵੱਲ ਕੇ ਪੁੱਛਿਆ, ਬਿੱਲੇ ਤੂੰ ਅੱਜ ਸਵੇਰੇ ਕਿਵੇਂ 6:30 ਵਜੇ ਉੱਠ ਗਿਆ, ਇੰਨੇ ਦੋਸਤ ਤੇ ਕੁੱਤੇ ਲਈ ਫਿਰਦਾ, ਕੀ ਹੋਇਆ, ਸਭ ਠੀਕ ਹੈ। ਬਿੱਲਾ ਹੌਲਾ ਹੋ ਗਿਆ ਤੇ ਕਹਿੰਦਾ, ਸਭ ਠੀਕ ਹੈ, ਉਹ ਤੇ ਸਵੇਰ ਦੀ ਸੈਰ ਕਰਦੇ ਸੀ, ਤੁਸੀਂ ਜਾਓ ਦਫ਼ਤਰ।
ਜਿਵੇਂ ਹੀ ਮੈਂ ਗੱਡੀ ਗੇਟ ਦੇ ਅੰਦਰੋਂ ਕੱਢੀ ਤਾਂ ਅਸੀਂ ਸੁੱਖ ਦਾ ਸਾਹ ਲਿਆ। ਅਮਨ ਡਿੱਗੀ ਸੀ। ਉਸਦੇ ਡੈਡੀ ਨੂੰ ਅਸੀਂ ਸ਼ਹਿਰ ਬੁਲਾ ਕੇ ਅਮਨ ਉਹਨਾਂ ਦੇ ਹਵਾਲੇ ਕਰ ਦਿੱਤੀ ਸੀ। ਕੁਝ ਦੇਰ ਬਾਅਦ ਪਿੰਡ 'ਚ ਰੌਲਾ ਪੈ ਗਿਆ। ਪ੍ਰੋਫੈਸਰ ਦੀ ਨੂੰਹ ਭੱਜ ਗਈ। ਗੱਲ ਪਿੰਡ 'ਚ ਅੱਗ ਵਾਂਗ ਫੈਲ ਗਈ। ਪਿੰਡ ਦੀ ਸੱਥ 'ਚ ਬੈਠਾ ਪਿੰਦਰ ਦਾ ਦਾਦਾ ਪੁੱਛਦਾ, ਉਹ ਮੈਂ ਸੁਣਿਆ ਪ੍ਰੋਫੈਸਰ ਦੀ ਨੂੰਹ ਭੱਜ ਗਈ। ਕੁਝ ਦੇਰ ਬਾਅਦ ਪਿੰਡ 'ਚ ਰੌਲਾ ਪੈ ਗਿਆ। ਪ੍ਰੋਫੈਸਰ ਦੀ ਨੂੰਹ ਭੱਜ ਗਈ। ਗੱਲ ਪਿੰਡ ਵਿੱਚ ਅੱਗ ਵਾਂਗ ਫੈਲ ਗਈ। ਪਿੰਡ ਦੀ ਸੱਥ 'ਚ ਬੈਠਾ ਪਿੰਦਰ ਦਾ ਦਾਦਾ ਪੁੱਛਦਾ, ਉਹ ਮੈਂ ਸੁਣਿਆ ਪ੍ਰੋਫੈਸਰ ਦੀ ਨੂੰਹ ਭੱਜ ਗਈ। ਜੇ ਇਸ ਕਹਾਣੀ ਦਾ ਦੂਸਰਾ ਭਾਗ ਸੁਣਨਾ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਨੂੰ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਮੇਰੇ ਚੈਨਲ ਨਿਊ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਬਹੁਤ ਧੰਨਵਾਦ। ਰੱਬ ਰਾਖਾ।